ਸਾਰਿਆਂ ਨੂੰ ਆਡੀਬਲ ਪ੍ਰੋਪਰਲੀ ਤੇ ਵਿਜ਼ੂਅਲ ਹੈ ਪ੍ਰੋਪਰਲੀ ਦਿਖ ਰਿਹਾ ਸਾਰਿਆਂ ਨੂੰ? यस सर। यस सर। यस सर। ਚਲੋ ਕੱਲ ਵਾਲਾ ਮੈਂ ਰਿਪੀਟ ਕਰ ਰਿਹਾ ਥੋੜਾ ਬਹੁਤਾ, ਦੇਖ ਲਓ ਬੱਚੇ। ਹੁਣ ਮਾਰਕਰ ਤੇ ਧਿਆਨ ਦਿਓ ਕਿਉਂਕਿ ਮਾਰਕਰ ਹੁਣ ਸਾਰਿਆਂ ਨੂੰ ਵਿਜ਼ੀਬਲ ਹੋ ਰਿਹਾ। ਆਪਣੇ ਕੋਲ ਆਪਣੇ ਕੋਲ ਜੋ ਪੈਰਲਲ ਐਕਸਿਸ ਥਿਊਰਮ ਹੁੰਦੀ ਹੈ, ਪੈਰਲਲ ਐਕਸਿਸ 'ਚ ਆਪਾਂ ਨੇ ਕੀ ਫਾਈਂਡ ਕਰਨਾ ਹੁੰਦਾ ਹੈ? ਸਭ ਤੋਂ ਪਹਿਲਾਂ ਆਪਾਂ ਜ਼ੈਡ ਐਕਸਿਸ ਦੇਖਦੇ ਹਾਂ, ਫਿਰ ਆਪਾਂ ਦੇਖਦੇ ਹਾਂ ਜਿਸ 'ਚੋਂ ਆਪਾਂ ਨੇ ਫਾਈਂਡ ਕਰਨਾ ਜਿਸ ਨੂੰ ਆਪਾਂ ਏ ਬੀ ਐਕਸਿਸ ਮਾਰਕ ਕਰਦੇ ਹਾਂ। ਦੋਨਾਂ 'ਚ ਡਿਸਟੈਂਸ ਕਿੰਨਾ ਹੈ? ਐਚ। ਆਪਾਂ ਨੇ ਇੱਕ ਪੁਆਇੰਟ ਲਿੱਤਾ ਜਿਹਦਾ ਮਾਸ ਹੈ ਐਮ ਆਈ ਤੇ ਉਹਦਾ ਡਿਸਟੈਂਸ ਕਿੰਨਾ ਆਪਣੇ ਕੋਲ? ਆਰ ਆਈ। ਇਹੀ ਹੈ ਪੁਆਇੰਟ, ਇਸ ਨੂੰ ਪੀ ਕਹਿ ਲਓ, ਠੀਕ ਹੈ। ਤੇ ਇਸ ਤੋਂ ਬਾਅਦ ਐਮ ਆਈ ਦਾ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਜੂ? ਅਬਾਊਟ ਜ਼ੈਡ ਐਕਸਿਸ, ਦੈਟ ਇਜ਼ ਐਮ ਆਈ ਆਰ ਆਈ ਸਕੇਅਰ। ਨਾਲ ਸਾਰਿਆਂ ਨੇ ਨੋਟ ਕਰਨਾ ਹੈ, ਨੋਟ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਤੁਸੀਂ ਗੜਬੜ ਚ ਕਰੋਗੇ। ਨੋਟ ਸਾਰਿਆਂ ਨੇ ਕਰਨਾ ਹੈ। ਟੋਟਲ ਬॉडी ਵਾਸਤੇ ਕੀ ਹੋ ਜਾਊ ਆਪਣੇ ਕੋਲ? ਆਈ ਜ਼ੈਡ ਵੁੱਡ ਬੀ ਸਮੀਸ਼ਨ ਐਮ ਆਈ ਆਰ ਆਈ ਸਕੇਅਰ, ठीक है। ਜਾਂ टोटल हो गया अपने को, फिर अबाउट ए बी आई ए बी एक्सिस की हो जो अपने को अबाउट ए बी एक्सिस की हो जो अपने को इट वुड बी एम आई इंटू एच प्लस आर आई स्केयर, ਇਹਦੀ ਸਮੀਸ਼ਨ फ्रॉम 1 to n, ठीक है। फिर आप की करेंगे स्केयर ओपन करांगे, स्केयर ओपन करके की बन जाओ अपने को एच स्केयर आर स्केयर प्लस 2HR ये बनया। बाहर एम आई सी सबमिशन सी, एम आई ਨੂੰ ਪਹਿਲਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ, ਫਿਰ ਇਹਦੇ ਨਾਲ, ਫਿਰ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਬਚੂਗਾ? एम आई एच स्केयर जशन लेट हो गए बच्चे, प्लस एम आई आर आई स्केयर प्लस 2H बाहर एम आई आर आई, समीशन फ्रॉम 1 to n, समीशन फ्रॉम 1 to n, सबमिशन फ्रॉम 1 to n। तो अपने को आ टर्म की हो जू एच स्केयर बाहर सबमिशन एम आई, एच की अपने को कॉन्स्टेंट टर्म है, प्लस इसका की बन जूगा, ये बन जू आ वाली टर्म, ठीक है। ये बन जू अपने को आई जेड प्लस आ टर्म का की बन जूगा जीरो, बिकॉज टॉर्क ड्यू टू इट्स ओन वेट इज जीरो। एच स्केयर ਨੂੰ ਲਿਖਾਂਗੇ एच स्केयर सबमिशन एम आई की बन जू अपने को इट वुड बी इक्वल टू कैपिटल M प्लस आई जेड, ये अपने को होगी डेरिवेशन 4 पर पैरेलल एक्सिस थ्योरम। सर हाँ जी सर ਆਪਾਂ ਨੇ ਇੱਥੇ ਜੀ ਕਿਵੇਂ ਲਿਆ ਸੀਗਾ? ਉਹ ਕਿੱਥੋਂ ਆਇਆ ਸੀ ਜੀ? ਜੀ ਨਾਲ जी ਮਲਟੀਪਲਾਈ अपने ਜੀ वालों ਨਾਲ ਡਿਵਾਈਡ। अपने वालों मल्टीप्लाई किया है, आ बन गया अपने वालों डिवाइड किया, जो मल्टीप्लाई किया तो कि बन गया, ये बन गया फोर्स इंटू आर आई, फोर्स इंटू आर आई की होंगे अपने को टॉर्क, तो सबमिशन टॉर्क बाय जी बनया सी, जी तो कॉन्स्टेंट टर्म है कोई मैटर ही नहीं करता, तो सबमिशन टॉर्क जो है एदी वैल्यू जीरो होगी क्योंकि टॉर्क ड्यू टू इट्स ओन वेट वुड बी जीरो। क्लियर सारे नु? जशन क्लियर बच्चे? यस सर। हाँ जी सर। जे किसी ने डाउट है पूछ लो पुत। चलो मैं इसनू नोट कर लिया सारे ने? नोट करना जरूरी है ਤੁਹਾਡੇ ਵਾਸਤੇ, जब तक तुम लिख के नहीं देखोगे उद तक तुहानू क्लैरीफाई नहीं होगा। यस सर। जिसने नोट नहीं किया कर लो, कोई फर्क नहीं पैंदा 2-4 मिनट नाल। ਸਰ ਤੁਸੀਂ ਇਹ ਨਹੀਂ ਦੱਸਿਆ ਸੀ ਕਿ ਪਰ ਆਪਾਂ हाँ ਪਰਪੈਂਡੀਕੂਲਰ ਐਕਸਿਸ ਤੇ ਸੈਂਟਰ ਆਫ ਮਾਸ ਤੇ ਕਿਉਂ ਨਹੀਂ ਲੈਂਦੇ ਹੈਗੇ? किवें? ਵੈਸੇ ਆਪਾਂ ਪਰਪੈਂਡੀਕੂਲਰ ਐਕਸਿਸ ਤੇ ਸੈਂਟਰ ਆਫ ਮਾਸ ਤੇ ਜ਼ੈਡ ਐਕਸਿਸ ਕਿਉਂ ਨਹੀਂ ਲੈਂਦੇ, ਇਹ ਦੱਸਣਾ ਸੀ ਤੁਸੀਂ। ਕੱਲ ਮੈਨੇ ਕਿਹਾ ਸੀਗਾ ਕਿ ਜਦੋਂ ਆਪਾਂ ਬਾਡੀ ਨੂੰ 에ਅਰ ਦੇ ਵਿੱਚ ਡ੍ਰੌਪ ਕਰਦੇ ਆ, ਫੈਦਰ ਨੂੰ, ਪੰਖ ਨੂੰ, ਤਾਂ ਉਹ ਰੋਟੇਟ ਹੋ ਜਾਂਦਾ ਹੈ, ਬਟ ਜੇ ਆਪਾਂ ਉੱਥੇ ਵੈਕਿਊਮ ਕ੍ਰੀਏਟ ਕਰ ਦਿੰਦੇ ਤਾਂ ਸਿੱਧਾ ਆਉਂਦਾ ਹੈ,
ਕੱਲ ਇੱਕ ਮੈਨੇ 49 ਮਿੰਟਸ 49 ਸੈਕਿੰਡਸ ਦੀ ਵੀਡੀਓ ਪਾਈ ਸੀ, ਹਾਂਜੀ। ਦੇਖ ਲਈ ਸੀ ਨਾ। ਉਹਦੇ ਵਿੱਚ ਕੀ ਸੀ, ਆਪਣੇ ਕੋਲ ਇੱਕ ਪਾਸੇ ਤਰਬੂਜ ਹੁੰਦਾ, ਇੱਕ ਪਾਸੇ ਆਪਣੇ ਕੋਲ ਫੈਦਰ ਹੁੰਦਾ। ਜਦੋਂ ਦੋਨੇ ਇਕੱਠੇ ਗਿਰਦੇ ਨੇ ਸੇਮ ਟਾਈਮ ਤੇ ਨੀਚੇ ਫਾਲ ਕਰਨਗੇ ਤੇ ਉਹ ਕੋਈ ਰੋਟੇਟ ਨਹੀਂ ਹੁੰਦਾ। ਉੱਥੋਂ ਕੀ ਪਤਾ ਲੱਗਦਾ ਕਿ ਆਪਣੇ ਕੋਲ ਰੋਟੇਸ਼ਨ 에ਅਰ ਦੇ ਕਾਰਨ ਹੁੰਦੀ ਹੈ, ਵੇਟ ਕਾਰਨ ਨਹੀਂ ਹੁੰਦੀ। ਜੋ ਕੱਲ ਵੀਡੀਓ ਪਾਈ ਸੀ 50 ਸੈਕਿੰਡ ਸੀ, ਉਹ ਇਹੀ ਚੀਜ਼ ਦਿਖਾਣੀ ਸੀ ਕਿ ਆਪਣੇ ਕੋਲ ਬੋਡੀ ਰੋਟੇਟ ਡਿਊ ਟੂ 에ਅਰ ਹੁੰਦੀ ਹੈ, ਆਪਣੇ ਆਪ ਨਹੀਂ ਹੁੰਦੀ। ਠੀਕ ਹੈ, ਨਹੀਂ ਦੁਬਾਰਾ ਸੁਣ ਲਓ। ਸਰ ਇਹ ਨਹੀਂ ਪੁੱਛਿਆ ਸੀ। ਹਾਂਜੀ, ਇਹੀ ਸਰ ਸੀ ਕਿ ਐਵੇਂ ਟਾਰਕ ਪੁੱਛਿਆ ਡਿਊ ਸੀ ਟੂ ਜੀ। ਆਪਣੇ weight ਦੇ ਕਾਰਨ ਕਿਉਂ ਟਾਰਕ ਜ਼ੀਰੋ ਕਿਉਂ ਹੈ। ਨਹੀਂ ਸਰ ਇਹ ਨਹੀਂ ਪੁੱਛਿਆ ਸੀ, ਐਵੇਂ ਪੁੱਛਿਆ ਸੀ ਆਪਾਂ ਪਰਪੈਂਡੀਕੂਲਰ ਐਕਸਿਸ ਦੀ ਥਿਊਰਮ ਦੇ ਵਿੱਚ ਜਿਹੜਾ z ਐਕਸਿਸ ਦੀ ਸੈਂਟਰ ਆਫ ਮਾਸ ਤੇ ਨਹੀਂ ਲਿਆ ਸੀਗਾ, ਉਹ ਤੁਸੀਂ ਕਿਹਾ ਸੀ ਮੈਂ ਬਾਅਦ ਚ ਦੱਸੂ। ਹਾਂ, ਫਿਰ ਕੁਐਸਚਨਸ ਆਣਗੇ ਫਿਰ ਪਤਾ ਲੱਗੂਗਾ ਜਦੋਂ ਆਪਾਂ ਨਿਊਮੈਰੀਕਲਸ ਕਰਾਂਗੇ। ਜਿਹੜਾ ਆਪਾਂ ਨੇ ਪਰਪੈਂਡੀਕੂਲਰ ਐਕਸਿਸ ਲੈਣਾ ਹੁੰਦਾ ਹੈ ਆਹ ਵਾਲਾ, ਠੀਕ ਹੈ, XYZ ਵਾਲਾ, ਆਹ ਵਾਲੇ ਦੀ ਗੱਲ ਕਰ ਰਹੇ ਹੋ ਤੁਸੀਂ। ਇਸ ਦੇ ਵਿੱਚ z ਐਕਸਿਸ ਸੈਂਟਰ ਆਫ ਮਾਸ ਤੋਂ ਆਪਾਂ ਨੇ ਲਿੱਤਾ ਸੀਗਾ, ਬਟ ਆਪਾਂ ਹੋਰ ਐਕਸਿਸ ਵਾਲਾ ਵੀ ਲੈ ਸਕਦੇ ਹਾਂ। ਜਿਵੇਂ ਆਪਣੇ ਕੋਲ ਕੋਈ ਕੜਾ ਹੈ, ਕੜਾ ਸਾਰਿਆਂ ਨੂੰ ਪਤਾ ਨਾ ਮੈਟਲ ਦਾ, ਤਾਂ ਉਹਦੇ 'ਚ ਵੀ ਆਪਣੇ ਕੋਲ ਇਸੇ ਟਾਈਪ ਦਾ ਸਟਰਕਚਰ ਹੁੰਦਾ ਹੈ। ਤਾਂ ਉਹਦਾ ਸੈਂਟਰ ਆਫ ਮਾਸ ਇੱਥੇ ਆਊਗਾ, z ਇੱਥੋਂ ਪਾਸ ਕਰੂਗਾ। ਕੁਝ ਇਹੋ ਜਿਹੇ ਕੇਸਿਸ ਆਣਗੇ, ਉਹ ਕੁਐਸਚਨਾਂ 'ਚ ਕਲੀਅਰ ਹੋਊਗਾ। ਕੁਐਸਚਨ ਵਾਲੇ ਕੋਈ ਸਟਾਰਟ ਨਹੀਂ ਕੀਤਾ, ਤਾਂ ਮਿਕਸ ਨਾ ਕਰੋ ਚੀਜ਼ ਨੂੰ। ਦੁਬਾਰਾ ਸੁਣ ਲਓ ਕੀ ਕੀਤਾ ਆਪਾਂ ਨੇ ਪਹਿਲਾਂ MI ਦਾ ਕੀ ਕੀਤਾ, MI ਦਾ IZ ਦੇ ਕ੍ਰਾਸ ਕੀਤਾ, ਇਹ ਬਣ ਗਿਆ MI RI ਸਕੁਅਰ। ਫਿਰ ਟੋਟਲ ਬੋਡੀ ਵਾਸਤੇ ਕੀ ਹੋ ਗਿਆ, ਸਮੀਸ਼ਨ MI RI ਸਕੁਅਰ, ਦੈਟ ਇਜ਼ IZ ਦੀ ਵੈਲਿਊ ਕਿੰਨੀ ਹੈ, ਸਮੀਸ਼ਨ 1 to n MI RI ਸਕੁਅਰ। ਫਿਰ ਆਪਾਂ ਨੇ MI ਮਾਸ ਦਾ AB ਦੇ ਕ੍ਰਾਸ ਲਿੱਤਾ ਤਾਂ MI into H plus R ਸਕੁਅਰ ਬਣਿਆ। ਜੇ ਆਪਾਂ ਨੇ ਟੋਟਲ ਬੋਡੀ ਵਾਸਤੇ ਲਿੱਤਾ ਦੈਨ ਇਟ ਬਿਕਮ ਸਮੀਸ਼ਨ ਫਰੋਮ 1 to n। ਤਾਂ ਆਪਾਂ ਨੇ ਕੀ ਕੀਤਾ, ਸਕੁਅਰ ਨੂੰ ਓਪਨ ਕਰਤਾ, ਸਕੁਅਰ ਨੂੰ ਓਪਨ ਕਰਕੇ ਆਪਣੇ ਕੋਲ ਬਣਿਆ H ਸਕੁਅਰ RI ਸਕੁਅਰ 2H into RI। ਹੁਣ ਲੌਜੀਕਲੀ H ਕਾਂਸਟੈਂਟ ਟਰਮ ਹੈ, ਬਾਹਰ ਰੱਖ ਲਿਆ। ਤਾਂ ਸਮੀਸ਼ਨ M ਕੀ ਹੁੰਦਾ ਆਪਣੇ ਕੋਲ, ਕੈਪੀਟਲ M ਤਾਂ ਕੀ ਬਣ ਗਿਆ M into H ਸਕੁਅਰ। ਸਮੀਸ਼ਨ MI RI ਸਕੁਅਰ ਕੀ ਬਣ ਜਾਓ ਆਪਣੇ ਕੋਲ IZ, ਉੱਪਰ ਆ ਲਿਖਿਆ ਹੋਇਆ, ਠੀਕ ਹੈ, ਪਲੱਸ 2H ਸਮੀਸ਼ਨ MI RI ਕੀ ਹੋ ਜਾਂਦਾ ਹੈ 0। ਬਸ ਖਤਮ। ਆਰਜੂ ਕਲੀਅਰ ਬੱਚੇ। ਤੇ ਜੇ ਤੁਸੀਂ ਦੇਖਣਾ ਹੁੰਦਾ MI RI ਵਾਲਾ ਤਾਂ G ਨਾਲ ਆਪਣੇ ਵੱਲੋਂ ਮਲਟੀਪਲਾਈ ਕੀਤਾ, G ਤੇ ਡਿਵਾਈਡ ਕੀਤਾ। M into G ਕੀ ਹੁੰਦੀ ਹੈ, weight of the body। ਉਹ ਕੀ ਹੁੰਦੀ ਹੈ ਬਾਈ ਡੈਫੀਨੇਸ਼ਨ ਫੋਰਸ into ਪਰਪੈਂਡੀਕੂਲਰ ਡਿਸਟੈਂਸ ਕੀ ਹੁੰਦਾ, ਟਾਰਕ। ਤਾਂ ਟਾਰਕ ਡਿਊ ਟੂ ਇਟਸ ਓਨ weight 0 ਹੁੰਦਾ, ਡਿਵਾਈਡ ਬਾਈ G ਕਾਂਸਟੈਂਟ ਹੈ, 0 ਡਿਵਾਈਡ ਬਾਈ G ਇਜ਼ ਆਲਵੇਜ਼ 0। ਠੀਕ ਹੈ, ਨੋਟ ਹੋ ਗਿਆ ਹੁਣ ਸਾਰਿਆਂ ਦਾ। ਅੱਜ ਆਪਾਂ ਨੇ 2 ਆਰਟੀਕਲਸ ਕਰਨੇ ਨੇ, 2 ਆਰਟੀਕਲਸ, ਫਿਰ ਫਾਰਮੂਲਾਜ਼ ਡਿਸਕਸ ਕਰਨੇ ਨੇ। 2 ਆਰਟੀਕਲ ਕਿਹੜੇ ਨੇ, ਇੱਕ ਆਪਾਂ ਰਿੰਗ ਦਾ ਫਾਈਂਡ ਕਰਾਂਗੇ ਮੂਵਮੈਂਟ ਆਫ ਇਨਰਸ਼ੀਆ, ਇੱਕ ਆਪਾਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਕਰਨਾ ਹੈ ਡਿਸਕ ਦਾ। ਠੀਕ ਹੈ, ਪਰ ਪਹਿਲਾਂ ਆਪਾਂ ਇੰਟੀਗ੍ਰੇਸ਼ਨ ਵਾਲਾ ਪੋਰਸ਼ਨ ਦੇਖ ਲੈਂਦੇ ਹਾਂ ਜੋ ਆਪਾਂ ਨੇ ਕਰਨਾ ਸੀਗਾ, ਕੱਲ ਕੀਤਾ ਸੀਗਾ, ਉਹੀ ਰਿਪੀਟ ਕਰ ਰਿਹਾ ਮੈਂ ਹਾਲੇ ਤਾਂ। ਠੀਕ ਹੈ, 5 ਮਿੰਟ ਲੱਗਦੇ ਆ ਜਸਟ ਐਕਸਪਲੇਨ ਕਰਨ ਨੂੰ। ਦੁਬਾਰਾ ਸਾਰਿਆਂ ਨੇ ਨੋਟ ਕਰਨਾ ਹੈ ਕਿਉਂਕਿ ਆਪਾਂ ਸਿਰਫ ਮੈਥਮੈਟੀਕਲ ਪੋਰਸ਼ਨ ਕਰਨਾ ਹੈ, ਥਿਊਰੀ ਨਹੀਂ ਕਰਨੀ। ਤਾਂ ਆਪਣੇ ਕੋਲ ਰੋਡ ਹੈ, ਠੀਕ ਹੈ, ਰੋਡ ਦੇ ਕੀ ਹੈ ਆਪਣੇ ਕੋਲ, ਐਕਸਿਸ ਹੈ ਸੈਂਟਰ ਵਾਲਾ AB, ਲੈਫਟ ਸਾਈਡ ਟੋਟਲ ਲੈਂਥ ਕਿੰਨੀ ਹੈ L, ਤਾਂ ਸੈਂਟਰ ਕੀ ਹੋ ਗਿਆ L/2 ਤੇ L/2 ਤੇ। ਫਿਰ ਆਪਾਂ ਨੇ ਉੱਥੇ ਮਾਰਕਿੰਗ ਕਰ ਲਈ ਸਮੋਲ ਪੋਰਸ਼ਨ ਦੀ, ਜਿਹਦੀ ਲੈਂਥ ਹੈ dx, ਮਾਸ ਹੈ dm, ਡਿਸਟੈਂਸ ਹੈ ਸੈਂਟਰ ਤੋਂ x। ਤਾਂ ਆਪਣੇ ਕੋਲ ਜੇ ਲੈਂਥ L ਹੈ ਤਾਂ ਮਾਸ ਕਿੰਨਾ ਹੈ m ਹੈ, ਜੇ ਲੈਂਥ 1 ਹੈ ਤਾਂ ਮਾਸ ਕਿੰਨਾ ਹੈ m/l ਹੈ, ਜੇ ਲੈਂਥ dx ਹੈ ਤਾਂ ਮਾਸ ਕਿੰਨਾ ਹੈ dm, ਕਿਹਦੇ ਇਕੁਅਲ ਹੋ ਜਾਊਗਾ m/l into dx। ਸਾਰਿਆਂ ਨੇ ਨੋਟ ਕਰਨਾ ਹੈ ਦੁਬਾਰਾ ਇੰਨੇ ਜਿਹੇ ਪੋਰਸ਼ਨ ਦੇ ਵਿੱਚ ਆਪਾਂ ਨੇ ਮੈਥਮੈਟੀਕਲ ਪੋਰਸ਼ਨ ਰਿਪੀਟ ਕਰਨਾ ਹੈ। ਠੀਕ ਹੈ, ਤਾਂ ਆਪਣੇ ਕੋਲ dm ਦਾ ਮੂਵਮੈਂਟ ਆਫ ਇਨਰਸ਼ੀਆ ਅਬਾਊਟ AB ਕੀ ਬਣੂਗਾ, that would be equal to dm into ਡਿਸਟੈਂਸ ਦਾ ਸਕੁਅਰ। ਡਿਸਟੈਂਸ ਕਿੰਨਾ ਆਪਣੇ ਕੋਲ x ਹੈ। ਠੀਕ ਹੈ, ਤਾਂ dm ਦੀ ਵੈਲਿਊ ਕਿੰਨੀ ਬਣੂਗੀ m/l dx into x ਸਕੁਅਰ। ਇਸ ਨੂੰ ਲਿਖ ਸਕਦੇ ਹਾਂ m/l x ਸਕੁਅਰ dx। ਇਹ ਆਪਣੇ ਕੋਲ ਵੈਲਿਊ ਹੈ IAB ਦੀ। ਠੀਕ ਹੈ, ਟੋਟਲ ਵਾਸਤੇ ਇਸ ਨੂੰ ਆਪਾਂ ਚਾਹੇ dm ਲਿਖਿਆ ਤਾਂ DIB ਲਿਖ ਸਕਦੇ ਹਾਂ, DI ਲਿਖ ਸਕਦੇ ਹਾਂ। ਟੋਟਲ ਵਾਸਤੇ ਕੀ ਕਰ ਦਾਂਗੇ ਇੰਟੀਗ੍ਰੇਟ, ਤਾਂ ਟੋਟਲ IAB ਦੀ ਵੈਲਿਊ ਕਿੰਨੀ ਹੋਊਗੀ, ਇੰਟੀਗ੍ਰੇਸ਼ਨ ਆਫ DI m/l x ਸਕੁਅਰ dx ਦੀ ਇੰਟੀਗ੍ਰੇਸ਼ਨ। ਹੁਣ ਇੰਟੀਗ੍ਰੇਸ਼ਨ ਦੀ ਜੋ ਲਿਮਿਟਸ ਪੁੱਟ ਕਰਨੀਆਂ ਨੇ ਉਹ ਕਿੱਧਰੋਂ ਪੁੱਟ ਕਰਨੀਆਂ ਨੇ, ਉਹ ਪੁੱਟ ਕਰਨੀਆਂ ਨੇ
P तो पॉइंट Q तक। पॉइंट P की लिमिट है -L/2 जो स्टार्टिंग है, Q की लिमिट है +L/2। तो आप लिमिट पुट करनी है लेफ्ट साइड तो दैट इज -L/2, राइट साइड तक दैट इज +L/2। तो अपने को की बनूंगा m/L x² दी इंटीग्रेशन x³/3 लिमिट्स फ्रॉम -L/2 टू L/2। तो अपने को बन जू m/L 3 बार रख लांगे, x ਦੀ ਜਗ੍ਹਾ ਤੇ ਪਹਿਲਾਂ ਪੁੱਟ ਕਰਾਂਗੇ ਆਪਾਂ L/2 ਤੇ ਬਣ ਜੂ L/2 ਦਾ ਕਿਊਬ ਮਾਈਨਸ ਫਿਰ x ਦੀ ਜਗ੍ਹਾ ਤੇ ਦੁਬਾਰਾ L/2 ਪੁੱਟ ਕਰਾਂਗੇ ਵਿਦ ਨੈਗੇਟਿਵ ਸਾਈਨ ਤਾਂ -L/2 ਦਾ ਕਿਊਬ। ਜਦੋਂ ਆਪਣੇ ਕੋਲ ਇਹਦਾ ਫਾਈਨਲ ਰਿਜ਼ਲਟ ਬਣਦਾ ਹੈ ਉਹ ਹੁੰਦਾ ਹੈ m/3l ਬ੍ਰੈਕਟ ਸਟਾਰਟ L³/8। ਇੱਕ ਨੈਗੇਟਿਵ ਦੂਸਰੇ ਨੈਗੇਟਿਵ ਨਾਲ ਕੀ ਬਣ ਜੂਗਾ -L³/8 ਬਿਕੋਜ਼ ਆਪਾਂ ਨੈਗੇਟਿਵ ਦਾ ਕਿਊਬ ਕਰਦੇ ਆ ਤਾਂ ਉਹ ਨੈਗੇਟਿਵ ਆ ਜਾਂਦੀ ਹੈ, ਮਾਈਨਸ ਮਾਈਨਸ ਕੀ ਹੋ ਜਾਣਗੇ ਪੋਜ਼ਿਟਿਵ ਤੇ ਬਣ ਜੂ m/3l ਇੰਟੂ L³/4। L ਨਾਲ ਇਹ ਕੈਂਸਲ ਹੋ ਗਿਆ, ਆਪਣੇ ਕੋਲ ਬਚਿਆ ml²/12। ਇਹ ਕਿਹਦੀ ਵੈਲਿਊ ਆ ਗਈ, ਇਹ ਆ ਗਈ IAB ਦੀ ਵੈਲਿਊ। ਕਲੀਅਰ ਸਾਰਿਆਂ ਨੂੰ? ਨੋਟ ਕਰੋ, ਸਾਰਿਆਂ ਨੇ ਨੋਟ ਕਰਨਾ ਹੈ ਕਿਉਂਕਿ ਨੈਕਸਟ ਵਾਲਾ ਆਰਟੀਕਲ ਇਹਦੀ ਕੰਟੀਨਿਊਟੀ ਚ ਹੋਊਗਾ ਤਾਂ ਹੀ ਸਮਝ ਆਊਗਾ। सर बाकी भी कंप्लीट करो, जिदा हो गया पॉइंट P तो फिर पास करके फाइंड करो। पलक क्लास चो बच्चे तुसी फिर पॉइंट P तो की पास करना। फिर वो स्पेशल केस नहीं करना, भूल गए? स्पेशल केस वास्ते ਆਪਾਂ पॉइंट P चो पास करते ਹੁੰਦੇ ਆ ਤਾਂ पॉइंट P वाला किवें फाइंड करते ਹੁੰਦੇ ਆ, दैट वुड बी इक्वल टू IAB प्लस MH²। IAB कितना आ जाऊगा ml²/12 प्लस MH की वैल्यू कितनी है L/2 का स्क्वायर। तो सॉल्व करके बन जाता है ml²/3। आ रिजल्ट बनता है, ठीक है। बेसिकली इंटीग्रेशन का मैथड है जो तुसी ध्यान च रखना है। इंटीग्रेशन सारे दी नोट होगी, जो सारे दी नोट होगी ताई मैं इथों गायब करूंगा। सारे नोट होगी इंटीग्रेशन। हाँ जी यस सर। जी होगी फिर मैं इसमें इथों गायब कर रहा। तो स्पेशल केस पल्ले पै गया। IP की वैल्यू किवें फाइंड की आपाने, IP की देखो ला जो अपने को IAB प्लस MH²। H की वैल्यू कितनी है L/2 तो सॉल्व करके बनती है ml²/3। नैक्सट अपने को हैडिंग आ जाऊगी। नैक्सट हूँ आर्टिकल है 5 मार्क्स का, दो आर्टिकल्स होंगे 5 मार्क्स के। एक हो जाऊगा मूवमेंट ऑफ इनर्शिया ऑफ रिंग, एक हो जाऊगा अपने को डिस्क। तो पहला आप रिंग का कर लेने, ईजी है रिंग वाला, ठीक है। हैडिंग है, वी हैव हैडिंग टू फाइंड, नोट कर लो सारे, मूवमेंट ऑफ इनर्शिया ऑफ रिंग अबाउट an axis perpendicular to the plane and passing through its center of mass, passing through कला सेंटर भी लिख सकते हैं क्योंकि अपने को रिंग का एक ही सेंटर होंगे, ठीक है।
ਤਾਂ ਆਪਣੇ ਕੋਲ ਡਾਇਗਰਾਮ ਕੁਝ ਇਸ ਟਾਈਪ ਦੀ ਹੋ ਜੂਗੀ। सर ये आर्टिकल है। यस 5 मार्क्स का आर्टिकल है, इंपॉर्टेंट आर्टिकल है। रिंग ते डिस्क जो है वो इंपॉर्टेंट आर्टिकल्स ने। Z एक्सिस ही कहांगे, Z एक्सिस की है रिंग दे परपेंडिकुलर है। ਹੁਣ ਰਿੰਗ ਦਾ ਆਪਣੇ ਕੋਲ ਰੇਡੀਅਸ ਕਿੰਨਾ ਹੈ r, ਠੀਕ ਹੈ। ਤਾਂ ਆਪਾਂ ਇੱਕ ਛੋਟਾ ਜਿਹਾ ਐਲੀਮੈਂਟ ਲਵਾਂਗੇ ਇੱਥੇ, ਸਮॉल ਐਲੀਮੈਂਟ ਜਿਹਦੀ ਲੈਂਥ ਹੋਊਗੀ dx, ਮਾਸ ਹੋਊਗਾ dm, ਠੀਕ ਹੈ। ਬਟ ਉਹਦਾ ਸੈਂਟਰ ਤੋਂ ਡਿਸਟੈਂਸ ਕਿੰਨਾ ਰਹੂਗਾ, r ਰਹੂਗਾ। ਤਾਂ ਇੱਥੇ ਆਪਣੇ ਕੋਲ ਕੀ ਆ ਜਾਊਗਾ, ਕੰਸੀਡਰ a ring of radius r and mass m। अबाउट तो बाद के लिए क्या है, एक्स एक्सिस। about an axis, about an axis perpendicular to the plane passing through the center। we have to find, simple theory है, moment of inertia about z, या simple iz लिख सकते हैं ਆਪਾਂ, ठीक है। बेसिक सिंपल वर्डिंग है। फिर ਕੀ ਕਰਾਂਗੇ ਆਪਾਂ, स्मॉल पोर्शन लिया dx वाला जो आप विजिबल हो रहे हैं। कंसीडर a small portion of length dx and mass dm as shown, ठीक है। ਹੁਣ ਰਿੰਗ ਹੈ, ਰਿੰਗ ਇਸ ਟਾਈਪ ਦੀ ਹੋਊਗੀ, ਸਾਰਿਆਂ ਨੂੰ ਦਿਖ ਰਿਹਾ ਨਾ, ਰਿੰਗ ਇਸ ਟਾਈਪ ਦੀ ਹੈ ਤਾਂ ਇਸ ਟਾਈਪ ਦੀ ਰਿੰਗ ਦਾ ਲੈਂਥ ਕਿੰਨੀ ਹੋਊਗੀ, ਲੈਂਥ ਆਫ ਦਾ ਰਿੰਗ ਕਿੰਨੀ ਹੁੰਦੀ ਹੈ, ਐਨੀਵਨ। 2r ਹਾਂਜੀ 2 पाई आर। ਬਿਲਕੁਲ ਸਹੀ ਹੈ। ਜੇ ਆਪਾਂ ਰਿੰਗ ਨੂੰ ਓਪਨ ਕਰ ਦਿੰਦੇ ਆ ਲੈਟਸ ਸੇ ਰਿੰਗ ਹੈ, ਇਹ ਤੁਹਾਨੂੰ ਜੋ ਦਿਖ ਰਿਹਾ ਉਹ ਰਿੰਗ ਹੈ, ਜਿਸ ਨੂੰ ਓਪਨ ਕਰਦੇ ਐ ਹੋ ਜੂ, ਤਾਂ ਉਹਦੀ ਆਪਣੇ ਕੋਲ ਲੈਂਥ ਕਿੰਨੀ ਹੁੰਦੀ ਹੈ 2 ਪਾਈ ਆਰ, ਠੀਕ ਹੈ। ਜੋ ਆਪਾਂ ਨੇ ਪਹਿਲਾਂ ਕੰਸੀਡਰ ਕੀਤਾ ਸੀ ਰॉड ਲੈਂਥ L ਵਾਲੀ, ਹੁਣ ਆਪਣੇ ਕੋਲ ਰਿੰਗ ਹੈ ਜਿਹਦੀ ਲੈਂਥ ਹੈ 2 ਪਾਈ ਆਰ। ਮਤਲਬ ਜੇ ਆਪਣੇ ਕੋਲ ਲੈਂਥ 2 ਪਾਈ ਆਰ ਹੈ, ਇਫ ਲੈਂਥ ਇਜ਼ 2 ਪਾਈ ਆਰ, ਤਾਂ ਉਸਦਾ ਮਾਸ ਕਿੰਨਾ ਹੈ, then mass is कितना है मास, कैपिटल M कहांगे। इफ लेंथ 1 हो जूगी, मास कितना हो जूगा m बाई 2 पाई आर, जिवें पहला किता सेम, कोई डिफरेंस नहीं। ਹੁਣ ਲੈਂਥ ਕਿੰਨੀ ਅਜ਼ਿਊਮ ਕੀਤੀ ਆਪਾਂ ਨੇ dx, ਤਾਂ ਮਾਸ ਕਿੰਨਾ ਲਿੱਤਾ ਆਪਾਂ ਨੇ dm, ਤਾਂ ਕਿਹਦੇ ਇਕੁਅਲ ਹੋ ਜੂ m ਬਾਈ 2 ਪਾਈ r ਇੰਟੂ dx। ਸਾਰਿਆਂ ਨੂੰ ਕਲੀਅਰ, ਜਿਵੇਂ ਆਪਾਂ ਨੇ ਪਿਛਲੇ ਆਰਟੀਕਲ 'ਚ ਕੀਤਾ ਸੀ ਸੇਮ ਕੀਤਾ ਆਪਾਂ ਨੇ। ਤਾਂ dm ਦੀ ਵੈਲਿਊ ਕਿੰਨੀ ਹੋ ਜੂਗੀ, ਮਾਸ ਬਾਈ 2 ਪਾਈ r ਇੰਟੂ dx। ਸਟੈਪ ਸਾਰਿਆਂ ਨੂੰ ਕਲੀਅਰ, ਸਰ ਹਾਂਜੀ। ਸਰ ਆਪਾਂ ਜੋ ਮੂਵਮੈਂਟ ਆਫ ਇਨਰਸ਼ੀਆ ਲੈਣੇ ਹੁੰਦੇ ਆ ਉਹ z ਐਕਸਿਸ ਦੇ ਅਬਾਊਟ ਕਿਉਂ ਲੈਣੇ ਹੁੰਦੇ ਆ, ਹਮੇਸ਼ਾ ਤੁਸੀਂ x ਐਕਸਿਸ ਦੇ ਅਬਾਊਟ ਕਿਉਂ ਲੈਂਦੇ ਹੈਗੇ y ਐਕਸਿਸ ਦੇ। ਹੈਡਿੰਗ ਬੱਚੇ ਪੜ੍ਹਿਓ, ਹੈਡਿੰਗ ਮੈਨੂੰ ਪੜ੍ਹ ਕੇ ਸੁਣਾ ਗੁਰਲੀਨ। ਸਰ ਓਕੇ ਸਰ। ਸਰ ਆਪਾਂ ਪਰਪੈਂਡੀਕੂਲਰ ਨਾਲ ਲੈਣਾ ਹੁੰਦਾ ਤਾਂ ਆਪਾਂ z ਦੇ ਲੈਣੇ ਆ ਨਾ। ਆਪਣੇ ਕੋਲ ਬਾਈ ਡਿਫਾਲਟ ਪਤਾ ਕੀ ਹੁੰਦਾ ਹੈਗਾ, ਜੋ ਡੈਰੀਵੇਸ਼ਨ ਕਰਦੇ ਨਾ ਉਹ ਬਾਈ ਡਿਫਾਲਟ ਆਪਣੀ z ਚੋਂ ਹੈ। ਜਦੋਂ IX IY ਚੋਂ ਫਾਈਂਡ ਕਰਨਾ ਉਹ ਸਪੈਸ਼ਲ ਕੇਸ ਆਉਂਦਾ ਹੈ, ਆਰਟੀਕਲ ਹੋਣ ਤੋਂ ਬਾਅਦ ਉਹ ਸਪੈਸ਼ਲ ਕੇਸ ਕਰਾਂਗੇ ਆਪਾਂ। ਹੁਣ ਇਹੋ ਜਿਹੇ ਕੁਐਸਚਨ ਪੁੱਛਣ ਤੋਂ ਪਹਿਲਾਂ ਨਾ, ਪਹਿਲਾਂ ਤੁਸੀਂ ਆਪਣੀ ਹੈਡਿੰਗ ਵਗੈਰਾ ਪੜ੍ਹ ਲਿਆ ਕਰੋ ਧਿਆਨ ਨਾਲ, ਫਾਲਤੂ ਦੇ ਕੁਐਸਚਨ ਪੁੱਛਣ ਦੇ ਬਜਾਏ। ਨੋਟ ਹੋ ਗਿਆ ਇੱਥੇ ਤੱਕ ਸਾਰਿਆਂ ਦਾ। ਹੁਣ ਦੇਖੋ ਸੇਮ ਮੈਥਡ ਹੈ, ਆਪਾਂ dm ਦਾ ਕਰਾਂਗੇ z ਦੇ ਅਬਾਊਟ, ਤਾਂ ਆਪਾਂ ਲਿਖਾਂਗੇ ਮੂਵਮੈਂਟ ਆਫ ਇਨਰਸ਼ੀਆ ਆਫ dm ਅਬਾਊਟ z ਐਕਸਿਸ। ਤਾਂ ਇਸ ਨੂੰ ਅਗੇਨ ਆਪਾਂ di ਲਿਖਾਂਗੇ, ਕਿਉਂ ਸਮॉल ਹੈ, dm ਮਾਸ ਸਮॉल ਹੈ, ਤਾਂ ਕੀ ਹੋ ਜੂ dm ਇੰਟੂ डिस्टेंस ਕੀ ਹੈ, डिस्टेंस ਕਿੰਨਾ ਹੋਊਗਾ, डिस्टेंस कितना है, dm ਦਾ डिस्टेंस कितना ਆਪਣੇ ਕੋਲ r ਨਹੀਂ, ਹਾਂ डिस्टेंस r ਹੈ, ਫਿਰ ਇੱਥੇ r ਸਕੁਅਰ ਆ ਜੂ, ਤਾਂ ਆਪਣੇ ਕੋਲ di ਦੀ ਵੈਲਿਊ ਹੋ ਜੂਗੀ dm ਇੰਟੂ r ਸਕੁਅਰ। dm ਦੀ ਵੈਲਿਊ ਪੁੱਟ ਕਰਨੀ ਹੈ ਕਰ ਲਓ,
dm by 2 pi r dx into r square, r ਨਾਲ r कैंसिल हो गया, ਆਪਣੇ ਕੋਲ ਕੀ ਬਚਿਆ m by 2 pi r into dx। ਹੁਣ ਟੋਟਲ ਵਾਸਤੇ ਕੀ ਕਰਨਾ ਆਪਾਂ ਨੇ ਇੰਟੀਗ੍ਰੇਟ ਕਰਨਾ ਹੈ। ਇੱਥੇ ਖਾਸੀਅਤ ਦੇਖੋ ਧਿਆਨ ਨਾਲ, ਆਪਣੇ ਕੋਲ ਜੋ ਵੈਲਿਊ ਬਣੀ ਹੈ ਆਹ ਵਾਲੀ, ਇਹਦੀ ਵੈਲਿਊ ਬਣੀ ਹੈ m by 2 pi r dx, ਠੀਕ ਹੈ, ਇਹ ਆਪਣੇ ਕੋਲ ਹੋ ਗਿਆ di ਦੀ ਵੈਲਿਊ। ਇਸ ਨੂੰ ਇੰਟੀਗ੍ਰੇਟ ਕੀਤਾ, ਇਸ ਪੂਰੀ ਟਰਮ ਦੇ ਵਿੱਚ ਕਾਂਸਟੈਂਟ ਕਿਹੜੀ ਵੈਲਿਊ ਹੈ 2 pi ਕਾਂਸਟੈਂਟ ਹੈ ਬਾਈ ਡਿਫਾਲਟ ਨਿਊਮੈਰੀਕਲ ਵੈਲਿਊ ਹੈ, ਮਾਸ ਆਫ ਰਿੰਗ ਵੀ ਕਾਂਸਟੈਂਟ ਹੋਊ, radius of ring भी constant है, we cannot change it, dx change कर सकता है, dx क्या small portion है जो complete होगा, ठीक है। ਤਾਂ ਇਸ ਵਾਲੀ ਚੀਜ਼ ਨੂੰ ਮੈਂ ਇੱਕ ਡਾਇਗਰਾਮ ਨਾਲ ਰਿਪਰੈਜ਼ੈਂਟ ਕਰ ਰਿਹਾ, ਇੱਥੇ ਦੇਖ ਲਓ ਨੀਚੇ, ਲੈਟਸ ਸੇ ਆਪਣੇ ਕੋਲ ਆਹ ਲੈਂਥ ਹੈ, ਜਿਵੇਂ ਰੋਡ ਦਾ ਲਿੱਤਾ ਸੀ ਆਪਾਂ ਨੇ, ਤਾਂ ਇਸ ਜਗ੍ਹਾ ਤੇ ਲੈਂਥ ਕਿੰਨੀ ਹੈ, ਲੈਂਥ ਹੈ ਆਪਣੇ ਕੋਲ 2 ਪਾਈ r, ਠੀਕ ਹੈ। ਜੇ ਆਪਾਂ ਨੇ ਸਮਾਲ ਪੋਰਸ਼ਨ dx ਲੈ ਲਿਆ, ਧਿਆਨ ਨਾਲ ਦੇਖੋ ਇਹਦਾ ਕੋਈ ਡਿਸਟੈਂਸ ਨਹੀਂ ਹੈ ਕਿਤੋਂ ਵੀ, dx ਹੈ, ਤਾਂ dx ਦੀ ਵੈਲਿਊ ਮਿਨੀਮਮ ਕਿੰਨੀ ਹੋ ਸਕਦੀ ਹੈ, dx ਦੀ ਮਿਨੀਮਮ ਵੈਲਿਊ ਕਿੰਨੀ ਹੋ ਸਕਦੀ ਹੈ 0 ਇਸ ਜਗ੍ਹਾ ਤੇ, ਠੀਕ ਹੈ, ਤੇ ਮੈਕਸਿਮਮ ਕਿੰਨੀ ਹੋ ਸਕਦੀ ਹੈ, ਡਾਇਗਰਾਮ 'ਚ ਦੇਖੋ ਧਿਆਨ ਨਾਲ। सर वीडियो पॉज हो रही है। ਹਾਂਜੀ सर वीडियो रुक रही है। ਮੇਰੇ ਕੋਲ ਤਾਂ ਸਹੀ ਚੱਲ ਰਿਹਾ ਪੁੱਤ। सर रुक रही है बीच बीच में। ਹੁਣ ਇਸ ਚੀਜ਼ ਦਾ ਕੀ ਸੋਲੂਸ਼ਨ ਕਰ ਸਕਦੇ ਆਪਾਂ, ਆਪਣੇ ਕੋਲ dx ਜੋ ਹੈ ਉਸ ਦੀ ਮਿਨੀਮਮ ਵੈਲਿਊ ਕਿੰਨੀ ਹੋ ਸਕਦੀ ਹੈ 0, dx ਦੀ ਮੈਕਸਿਮਮ ਵੈਲਿਊ ਕਿੰਨੀ ਹੋ ਸਕਦੀ ਹੈ, dx ਕੀ ਹੈ ਲੈਂਥ ਆਫ ਦਾ ਰੋਡ, ਲੈਂਥ ਆਫ ਦਾ ਪੋਰਸ਼ਨ ਹੈ, ਪੋਰਸ਼ਨ ਦੀ ਮਿਨੀਮਮ ਲੈਂਥ 0 ਹੋ ਸਕਦੀ ਹੈ, ਠੀਕ ਹੈ, ਮੈਕਸਿਮਮ ਕਿੰਨੀ ਹੋ ਸਕਦੀ ਹੈ ਲੈਂਥ 2 pi r, ਬਿਲਕੁਲ ਸਹੀ ਹੈ। ਤਾਂ ਮੈਕਸਿਮਮ ਸਟਾਰਟਿੰਗ ਇੱਥੋਂ ਹੈ ਤਾਂ ਇੱਥੇ ਲੈਂਥ ਕਿੰਨੀ ਹੈ 0, ਮੈਕਸਿਮਮ ਕਿੰਨੀ ਹੈ 2 ਪਾਈ r, ਤਾਂ ਜਿਹੜੀ ਇਹਦੀ ਇੰਟੀਗ੍ਰੇਸ਼ਨ ਹੋਣੀ ਹੈ ਉਹ 0 ਤੋਂ ਲੈ ਕੇ 2 ਪਾਈ r ਤੱਕ ਹੋਣੀ ਹੈ, ਜੋ ਬੇਸਿਕਲੀ ਟਰਮ ਦਿਖਾਣੀ ਸੀ ਮੈਨੂੰ, ਸਾਰਿਆਂ ਨੂੰ ਕਲੀਅਰ। ਜੋ ਇਸ ਦੀ ਇੰਟੀਗ੍ਰੇਸ਼ਨ ਹੋਣੀ ਹੈ ਉਹ ਸਟਾਰਟਿੰਗ ਹੋਣੀ ਹੈ, ਠੀਕ ਹੈ, ਸਟਾਰਟਿੰਗ ਹੋਣੀ ਹੈ 0 ਤੋਂ ਤੇ ਐਂਡ ਹੋਣੀ ਹੈ ਉਹ 2 ਪਾਈ r ਤੇ। ਤਾਂ ਆਪਣੇ ਕੋਲ ਜੋ ਇਸ ਜਗ੍ਹਾ ਤੇ ਬਣੂਗਾ m by 2 pi r इंटीग्रेशन ऑफ dx लिमिट फ्रॉम 0 to 2 pi r। जल्दी जल्दी करो देखो किधर है, पलक लेट क्यों हुए बच्चे, पलक ਤੁਹਾਡੇ ਤੋਂ ਬੱਚੇ ਪੁੱਛ ਰਿਹਾ ਮੈਂ ਲੇਟ ਕਿਉਂ ਹੋਏ ਅੱਜ। ਤਾਂ ਇੱਥੇ ਦੇਖ ਲਓ dx ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ, ਕਿਸੇ ਨੂੰ ਪਤਾ ਹੈ dx ਦੀ ਇੰਟੀਗ੍ਰੇਸ਼ਨ, d ਨਾਲ ਇੰਟੀਗ੍ਰੇਸ਼ਨ ਖਤਮ ਹੋ ਜੂ, ਕੀ ਬਚੂ ਕੱਲਾ x, ਤਾਂ dx ਦੀ ਇੰਟੀਗ੍ਰੇਸ਼ਨ ਹੁੰਦੀ ਹੈ x, ਲਿਮਿਟਸ ਹੋਣਗੀਆਂ ਉਹਦੀਆਂ 0 ਤੋਂ ਲੈ ਕੇ 2 ਪਾਈ r ਤੱਕ, ਤਾਂ ਮਤਲਬ ਪਹਿਲਾਂ 2 ਪਾਈ r x ਦੀ ਜਗ੍ਹਾ ਤੇ ਪੁੱਟ ਕਰਾਂਗੇ, ਮਾਈਨਸ ਕਰਾਂਗੇ x ਦੀ ਜਗ੍ਹਾ ਤੇ 0, ਤੇ ਇਹ ਬਣ ਜਾਊ ਆਪਣੇ ਕੋਲ mr by 2 ਪਾਈ, ਇਹ ਆਪਣੇ ਕੋਲ ਬਣੂਗਾ mr by 2 ਪਾਈ ब्रैकेट स्टार्ट 2 पाई r माइनस 0, ਤੇ ਬਣ ਜਾਊ ਆਪਣੇ ਕੋਲ mr by 2 पाई into 2 पाई r, ਤਾਂ 2 ਪਾਈ ਕੈਂਸਲ, ਆਪਣੇ ਕੋਲ ਬਚਿਆ mr ਸਕੁਅਰ। ਇਹ ਸਭ ਤੋਂ ਈਜ਼ੀ ਵਾਲੀ ਡੈਰੀਵੇਸ਼ਨ ਹੈ, ਸਭ ਤੋਂ ਈਜ਼ੀ ਯਾਦ ਰੱਖਣ ਵਾਲਾ ਹੈ ਕਿ ਜੋ ਰਿੰਗ ਹੁੰਦੀ ਹੈ ਉਹਦੀ ਮੂਵਮੈਂਟ ਆਫ ਇਨਰਸ਼ੀਆ ਹੁੰਦਾ ਹੈ mr ਸਕੁਅਰ, ਰਿੰਗ ਦਾ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੁੰਦਾ ਹੈ mr ਸਕੁਅਰ ਅਬਾਊਟ z ਐਕਸਿਸ। ਲੌਜਿਕ ਕਲੀਅਰ ਸਾਰਿਆਂ ਨੂੰ। ਇੰਟੀਗ੍ਰੇਸ਼ਨ ਦਾ ਧਿਆਨ ਰੱਖਣਾ ਹੈ ਕਿ 0 ਤੋਂ ਲੈ ਕੇ 2 ਪਾਈ r ਤੱਕ ਹੋਣੀ ਹੈ ਇਹਦੀ ਇੰਟੀਗ੍ਰੇਸ਼ਨ, ਕਿਉਂਕਿ ਮਿਨੀਮਮ ਵੈਲਿਊ dx ਦੀ ਕਿੰਨੀ ਹੋ ਸਕਦੀ ਹੈ 0, ਮੈਕਸਿਮਮ ਕਿੰਨੀ ਹੋ ਸਕਦੀ ਹੈ 2 ਪਾਈ r। ਸਰ ਹਾਂਜੀ ਸਰ ਆਪਾਂ ਨੇ r ਸਰ r ਪਰਪੈਂਡੀਕੂਲਰ ਡਿਸਟੈਂਸ ਕਿਵੇਂ ਹੋਇਆ d m ਤੇ, z ਤੋਂ ਡਿਸਟੈਂਸ ਹੈ, ਜੋ r ਹੈ ਉਹ ਇੱਥੇ ਡਾਇਗਰਾਮ 'ਚ ਦੇਖੋ ਆਹ ਵਾਲਾ, ਆ 90 ਡਿਗਰੀ ਨਹੀਂ ਬਣ ਰਿਹਾ, z ਐਵੇਂ ਹੈ r ਐਵੇਂ ਹੈ, ਤਾਂ ਦੋਨਾਂ 'ਚ 90 ਡਿਗਰੀ ਨਹੀਂ ਹੈ। ਇੰਟੀਗ੍ਰੇਸ਼ਨ 'ਚ ਕਿਸੇ ਨੂੰ ਕਨਫਿਊਜ਼ਨ ਹੈ ਪੁੱਛ ਲਓ, ਮੈਂ ਦੁਬਾਰਾ ਰਿਪੀਟ ਕਰ ਦੂੰਗਾ, ਬਟ ਇਸ 'ਚ ਸਭ ਤੋਂ ਈਜ਼ੀ ਵਾਲੀ ਹੈਗੀ ਇਹ, ਸਭ ਤੋਂ ਈਜ਼ੀ ਵਾਲੀ ਹੈ। ਸਰ ਇਹ r ਦੀ ਦੂਸਰੀ ਸਾਈਡ ਤੇ ਬਣ ਰਿਹਾ ਆ, ਉਹ right ਗੁਰੂ hand ਜੀ side ਤੇ ਲੈਣ r ਹੈ, ਹੁਣ ਕਿਸੇ ਨੇ ਬਣਾਉਣਾ ਨਹੀਂ, ਮੈਂ ਜੋ ਡਰਾ ਕਰ ਰਿਹਾ r r r ਸਰਕਲ ਦਾ r ਹੀ ਹੁੰਦਾ ਇਹ, ਫਿਰ ਉਹ ਤਾਂ ਆਪਣੇ ਕੋਲ 90 ਡਿਗਰੀ ਬਣਾਊਗਾ ਨਾ, ਜੋ ਸਰਕਲ ਹੈ ਐਵੇਂ ਕਰਕੇ ਹੈ,
ਇਹਦੇ ਵਿੱਚ ਕੁਛ ਵੀ ਲੈਨੇ ਆਪਾਂ ਉਹ ਇਸ ਐਕਸਿਸ ਨਾਲ ਤਾਂ ਆਪਣੇ ਕੋਲ 90 ਡਿਗਰੀ ਤੇ ਹੋਊਗਾ, ਤਾਂ ਆਹ ਵਾਲਾ ਜੋ ਬਲੈਕ ਨਾਲ ਮਾਰਕਰ ਨਾਲ ਰਿਪਰੈਜ਼ੈਂਟ ਕਰ ਰਿਹਾ ਦਿਸ ਇਜ਼ ਪਰਪੈਂਡੀਕੂਲਰ ਐਕਸਿਸ, z ਐਕਸਿਸ z ਦੇ ਤਾਂ 90 ਡਿਗਰੀ ਹੈ r, ਕਲੀਅਰ। ਹਾਂਜੀ ਇੰਟੀਗ੍ਰੇਸ਼ਨ ਦੀ ਮੈਂ ਦੁਬਾਰਾ ਕਹਿ ਰਿਹਾ, ਕਿਸੇ ਨੂੰ ਕਨਫਿਊਜ਼ਨ ਹੈ ਪੁੱਛ ਲਓ, ਨਹੀਂ ਤਾਂ ਮੈਂ ਮਿਟੇ ਰਿਹਾ ਇਸ ਨੂੰ। ਫਿਰ ਇਹਦਾ ਆਪਾਂ x ਸਪੈਸ਼ਲ ਦੀ ਕੇਸ ਵੈਲਿਊ ਕਰਨਾ। 0 ਤੇ 2πr ਕਿਵੇਂ, ਇਹ ਦੱਸ ਦਿਓ ਇੱਕ ਵਾਰੀ। dx ਜੋ ਹੈ dx ਕੀ ਲਿੱਤਾ ਆਪਾਂ ਨੇ, ਸਮਾਲ ਪੋਰਸ਼ਨ ਲਿੱਤਾ, ਦੇਖੋ ਧਿਆਨ ਨਾਲ, ਠੀਕ ਹੈ। ਆ dx ਕੀ ਹੈ, ਲੈਂਥ ਹੈ, ਤਾਂ ਲੈਂਥ ਮਿਨੀਮਮ ਕਿੰਨੀ ਹੋ ਸਕਦੀ ਹੈ ਕਿਸੇ ਵੀ ਚੀਜ਼ ਦੀ, ਰॉड ਦੀ 0, ਮੈਕਸਿਮਮ ਕਿੰਨੀ ਹੋ ਸਕਦੀ ਹੈ ਜਿੰਨੀ ਉਹਦੀ ਐਕਚੁਅਲ ਲੈਂਥ ਹੈ, 2πr ਤੋਂ ਵੱਧ ਤਾਂ ਹੈ ਨਹੀਂ। ਤਾਂ dx ਜੋ ਹੈ डिस्टेंस लेंथ है, डिस्टेंस नहीं कहांगे लेंथ कहांगे, ध्यान रखना है dx की अपने को लेंथ है। स्टेटमेंट्स भी चेक करो, कंसीडर अ स्मॉल पोर्शन ऑफ लेंथ dx, उत्थे लेंथ वर्ड लिखा आपने, डिस्टेंस नहीं लिखा, क्लियर जशन। हाँ जी सर। बाकी पलक लेट क्यों आए बच्चे क्लास च? ਇਹਦਾ ਹੁਣ ਸਪੈਸ਼ਲ ਕੇਸ ਦੇਖੋ, ਨੈਕਸਟ ਆਪਣੇ ਕੋਲ ਆਊਗਾ ਸਪੈਸ਼ਲ ਕੇਸ। ਸਪੈਸ਼ਲ ਕੇਸ ਕੀ ਬਣੂਗਾ ਹੁਣ ਧਿਆਨ ਨਾਲ ਦੇਖਿਓ, ਆਪਣੇ ਕੋਲ ਆ ਰਿੰਗ ਹੈ, ਠੀਕ ਹੈ, ਆ z ਐਕਸਿਸ ਹੈ। ਹੁਣ ਰਿੰਗ ਦੇ ਦੋ ਐਕਸਿਸ ਹੋਰ ਡਰਾ ਕਰ ਸਕਦੇ ਆ, ਇੱਕ ਆਪਾਂ x ਐਕਸਿਸ, ਇੱਕ ਆਪਾਂ y ਐਕਸਿਸ। ਆ ਸਾਰਿਆਂ ਨੂੰ ਕਲੀਅਰ। ਰਿੰਗ ਇੱਕ ਸਿਮੈਟ੍ਰਿਕ ਬੋਡੀ ਹੈ, ਠੀਕ ਹੈ, ਰਿੰਗ ਜੋ ਹੁੰਦਾ ਆਪਣੇ ਕੋਲ ਕੜਾ ਸਿਮੈਟਰੀ ਬੋਡੀ ਹੈ, ਤਾਂ आई एक्स इज इक्वल टू आई वाई कह सकते हैं। जो आई एक्स है वही आई वाई होगा फॉर सिमेट्रिक बॉडी। तो अपने कोल अप्लाइंग परपेंडिकुलर थ्योरम आऊगा, नोट कर लो, मैं तुहानू दिखा देना एक बार, ठीक है। 5 मिनट 3 मिनट वीडियो बंद होगी, दोबारा रिपीट होंगी, इन्ना मैं लैके आना कड़ा वगैरह लभ के तुहानू दिखाना मैं। सर आई एक्स इक्वल टू आई वाई किवें होया? जो आई एक्स है वो की है, वो अपने कोल प्लेनर एक्सिस है, आई वाई भी की अपने कोल प्लेनर एक्सिस है। सिमेट्री बॉडी याद करो ਆਪਾਂ ਨੇ ਇੱਕ ਉਹ ਕੀਤਾ ਸੀ, ਸਕੁਅਰ ਕੀਤਾ ਸੀਗਾ ਜਿੱਥੇ ਚਾਰ ਮਾਸਿਸ ਲਿੱਤੇ ਸੀ ਨਾ, ਪਹਿਲਾ ਕੁਐਸਚਨ ਕੀਤਾ ਸੀ ਉਹਦੇ ਚ आई ए बी Yes, इज sir. इक्वल टू आई बी सी ਚੱਲ ਰਿਹਾ ਸੀ, आई एक्स इज इक्वल टू आई वाई ਚੱਲ ਰਿਹਾ ਸੀ, ਯਾਦ ਹੈ ਸਾਰਿਆਂ ਨੂੰ। Yes, sir. ਸੇਮ ਮੈਥਡ ਹੈ ਸਿਮੈਟ੍ਰਿਕ Yes, ਬॉडी sir. ਦੇ ਵਿੱਚ, ਜੇ ਆਪਾਂ ਸੈਂਟਰ ਚੋਂ ਕੋਈ ਵੀ ਐਕਸਿਸ ਪਾਸ ਕਰੀਏ ਉਹਨਾਂ ਸਾਰਿਆਂ ਦੇ ਦੁਆਲੇ ਮੂਵਮੈਂਟ ਆਫ ਇਨਰਸ਼ੀਆ ਸੇਮ ਰਹਿੰਦਾ ਹੈ, ਇਹ ਪ੍ਰੋਪਰਟੀ ਹੈ, ठीक है। डायग्राम देख के पता लग जाता है। तो अपने कोल परपेंडिकुलर थ्योरम की कहती है आई जेड इज इक्वल टू आई एक्स प्लस आई वाई, क्लीयर सारे परपेंडिकुलर थ्योरम यही सी। तो इस दे विच एक्स ते वाई इक्वल है, इसनूं लिख सकते हैं 2i(x), आई जेड की वैल्यू कितनी है जिन्नी सॉल्व की है, दैट इज mr² इज इक्वल टू 2 टाइम i(x), तो i(x) कितना हो जाऊगा mr²/2, मतलब प्लेनर एक्सिस दे विचों मूवमेंट ऑफ इनर्शिया हो जू 1/2 mr², परपेंडिकुलर एक्सिस चों कितना हो जाऊगा mr²। तो जी आई एक्स की वैल्यू है वही आई वाई देगी। हुण क्लीयर है सारिਆਂ ਨੂੰ, ਜਿਹੜੀ वैल्यू Sir, आई एक्स चों है वही वैल्यू आई वाई चों होगी, यह वैल्यू आई जेड दे हाफ होगी। सिर Z भी ਤਾਂ ਸੈਂਟਰ ਵਿੱਚੋਂ ਹੀ ਪਾਸ ਕਰ ਰਿਹਾ ਫਿਰ। z परपेंडिकुलर एक्सिस है, लिख लो जो तुहानू कन्फ्यूजन है, z जो है वो परपेंडिकुलर एक्सिस है, एक्स एक्सिस से वाई एक्सिस प्लेनर एक्सिस है जो प्लेन चो पास कर रहे हैं, किस दे रिंग दे। डिस्क का भी करांगे, सेम मैथड होगा, सेम लॉजिक होगा, तो पहले माइंड च रखो। हाँ जी सर पेन ਹੁਣ ਸਹੀ ਨਹੀਂ ਚੱਲ ਰਿਹਾ ਪਹਿਲਾਂ ਨਾਲੋਂ। ਤੁਹਾਨੂੰ विजिबल हो रहा है चीज़ां, यस और नो, चाहे कुछ सेकंड बाद हो रही होण। ਵਿਜ਼ੀਬਲ ਤਾਂ ਹੋ ਰਹੀਆਂ ਨੇ। फिर कन्फ्यूजन कित्थे है? कुछ सेकंड का सिर पॉज रहिंदा ही 2ix रहिंदा है। ਕਿਵੇਂ ਆਇਆ? a प्लस बी इज इक्वल टू 10 है, a b ਦੇ इक्वल है, a इज इक्वल टू b है, तो इसनू a प्लस a लिख सकते हैं,
इसनू 2a लिख सकते हैं। क्लियर है? यस सर। ठीक है, कन्फ्यूजन है, मैं दोबारा लिख देना, आई एक्स प्लस आई एक्स लिख देने इत्थे, हम 2 ix की देख लो जूगा। ठीक है, यस आ नोट कर लो, क्योंकि हम नैक्सट वाला जो अपने डिस्क का करना है सेम आर्टिकल है, थोड़ा जहा फर्क होगा माइनर जा। ठीक है, मैथड आ सेम लेना है। बाकी मैं रिंग लभ के लिया, हूँ वीडियो बंद होगी, दोबारा उस पर क्लिक करियो, ओपन हो जाऊगा ही लिंक। ठीक है, पिछला आर्टिकल तो हो गया ना सारे का कंप्लीट। यस सर। हूँ अपने को नैक्सट आर्टिकल जो होगा दैट वुड बी डिस्क वास्ते। ठीक है, रिंग वास्ते देख लो जो समझने, अपने को एक्स एक्सिस वाई एक्सिस जेड एक्सिस मैं समझा देना। सारे विजिबल हो रहा है? आ देखो, आ रिंग है, कड़ा है। ठीक है, जे आप जेड एक्सिस की गल करते हैं, आ जेड एक्सिस है, आ देखो आ जेड एक्सिस है, रिंग एवें रोटेट करूगा। ठीक है, क्लियर? आ जेड एक्सिस है, रिंग विल रोटेट लाइक दिस। जे एक्सक्यूज जे आप वाई एक्सिस की गल करिए, वाई एक्सिस एवें होगा, तो रिंग एवें रोटेट करूगा। आ फिक्स है, जेड़ा मैं पेन नाल रिप्रेजेंट कर रहा एक्सिस फिक्स है, ध्यान नाल देखो आ फिक्स है, तो रिंग एवें रोटेट करूगा।
ਜੇ ਮੈਂ ਗੱਲ ਕਰਾਂ x ਐਕਸਿਸ ਦੀ ਮਤਲਬ ਸੇਮ ਹੀ ਹੋਊਗਾ। ਧਿਆਨ ਨਾਲ ਦੇਖੋ ਇਸ ਦੇ ਵਿੱਚ ਐ ਰੋਟੇਟ ਹੋ ਰਿਹਾ ਤਾਂ ਇਸ 'ਚ x ਐਕਸਿਸ y ਐਕਸਿਸ ਕਿਹੜਾ ਕੁਝ ਪਤਾ ਲੱਗ ਰਿਹਾ, ਇਸ ਨੂੰ ਐ ਰੱਖ ਲਓ, ਐ ਰੱਖ ਲਓ, ਕੋਈ ਫਰਕ ਨਹੀਂ ਪੈਣਾ, ਕੋਈ ਫਰਕ ਨਹੀਂ ਹੈਗਾ, ਇੱਕੋ ਗੱਲ ਹੈ। ਠੀਕ ਹੈ, ਤਾਂ ਆਪਣੇ ਕੋਲ ਸਿਮੈਟ੍ਰਿਕ ਬਾਡੀ ਦੇ ਅਬਾਊਟ z ਐਕਸਿਸ ਜੋ ਹੋਊਗਾ ਉਹ ਪਰਪੈਂਡੀਕੂਲਰ ਐਕਸਿਸ ਹੋਊਗਾ, ਜੋ x ਐਕਸਿਸ y ਐਕਸਿਸ ਹੋਊਗਾ ਉਹ ਕੀ ਹੋਊਗਾ, ਪਲੇਨਰ ਐਕਸਿਸ ਹੋਊਗਾ। ਕਲੀਅਰ ਸਾਰਿਆਂ ਨੂੰ? ਯੈਸ ਸਰ। ਡਾਇਗਰਾਮ 'ਚ ਵਿਜ਼ੀਬਲ ਸੀ। ਹੁਣ ਇਹ ਪ੍ਰੈਕਟੀਕਲ ਚੀਜ਼ਾਂ ਤਾਂ ਐਵੇਂ ਹੀ ਦਿਖਾ ਸਕਦੇ ਹਾਂ, ਹੋਰ ਤਾਂ ਆਪਣੇ ਕੋਲ ਕੀ ਮੈਥਡ ਹੈ। ਨੈਕਸਟ ਵਾਲੀ ਹੈਡਿੰਗ ਕਰ ਲਓ, ਟੂ ਫਾਈਂਡ ਡਿਸਕ ਵਾਸਤੇ ਕਰਨਾ ਹੈ ਸੇਮ। ਆਪਣੇ ਕੋਲ ਰਿੰਗ ਦੇ ਵਿੱਚ ਕੀ ਹੁੰਦਾ, ਆ ਓਪਨ ਏਰੀਆ, ਧਿਆਨ ਨਾਲ ਦੇਖੋ ਆ ਖਾਲੀ ਹੈ, ਆ ਸਿਰਫ ਆਪਣੇ ਕੋਲ ਸੋਲਿਡ ਇੱਥੇ ਹੈ, ਪਰ ਜਿਹੜੀ ਆਪਣੇ ਕੋਲ ਰਿੰਗ ਹੋਊਗੀ ਡਿਸਕ ਹੋਊਗੀ, ਡਿਸਕ CD DVD ਪਲੇਅਰ ਐਂ ਹੁੰਦਾ, DVD ਸੋਲਿਡ ਹੁੰਦੀ ਹੈ ਨਾ ਵਿੱਚੋਂ, ਤਾਂ ਆਪਾਂ ਉਸ ਟਾਈਪ ਦਾ ਲਵਾਂਗੇ। ਟੂ ਫਾਈਂਡ ਮੂਵਮੈਂਟ ਆਫ ਇਨਰਸ਼ੀਆ ਆਫ ਡਿਸਕ about axis perpendicular to the plane, जो wording same सी, perpendicular to the plane passing through center, passing through center। ਜੇ ਧਿਆਨ ਨਾਲ ਦੇਖੋਗੇ ਡਾਇਗਰਾਮ ਸਿਮਿਲਰ ਜੀ ਬਣੂਗੀ। ਇੱਕ ਆਪਣੇ ਕੋਲ ਆਜੂ ਸਾਈਡ ਵਿਊ, ਆ z ਐਕਸਿਸ ਹੈ, ਇਹ ਆਪਣੇ ਕੋਲ ਹੈ ਸਾਈਡ ਵਿਊ, ਸਾਈਡ ਤੋਂ ਦੇਖਾਂਗੇ ਜੀ। टॉप व्यू ड्रॉ करना है, टॉप व्यू वुड बी लाइक दिस। टॉप व्यू आऊगा आ z है पॉइंट, ਇਹਦਾ ਰੇਡੀਅਸ r ਹੈ, ਇਸ ਦਾ ਵੀ ਰੇਡੀਅਸ r ਹੋਊਗਾ। ਡਾਇਗਰਾਮ ਕਲੀਅਰ? ਆ ਟੌਪ ਵਿਊ ਹੈ। ਹੁਣ ਜੋ ਆਪਾਂ ਨੇ ਰਿੰਗ ਦੇ ਲਿੱਤਾ ਸੀ, ਰਿੰਗ 'ਚ ਐਲੀਮੈਂਟ ਲਿੱਤਾ ਸੀ, ਇਸ 'ਚ ਕੀ ਲਵਾਂਗੇ ਆਪਾਂ, ਸਟ੍ਰਿਪ ਲਵਾਂਗੇ, ਐਵੇਂ ਕਰਕੇ ਧਿਆਨ ਨਾਲ ਦੇਖੋ, ਇਹ ਇਮੇਜਿਨ ਕਰਨੀ ਪਊ ਚੀਜ਼। ਇੱਥੇ ਆਪਾਂ ਨੂੰ ਸਮਾਲ ਸਟ੍ਰਿਪ ਲੈਣੀ ਪੈਣੀ ਹੈ ਜਿਹਦੀ ਥਿਕਨੈਸ ਕੀ ਹੋ ਜੂ dx, ਕਿਉਂਕਿ ਇਹ ਆਪਣੇ ਕੋਲ ਸ਼ੀਟ ਹੈ ਐਂਡ ਉਹਦਾ ਰੇਡੀਅਸ ਕਿੰਨਾ ਹੋ ਜੂ x। ਉੱਪਰ ਆਪਾਂ ਇੱਕ ਰਿੰਗ ਲਾਈਕ ਸਟਰਕਚਰ ਲੈ ਲਿਆ। ਬਿਲਕੁਲ ਸਹੀ ਹੈ, ਐਗਜ਼ੈਕਟਲੀ। ਡਿਸਕ ਦੇ ਉੱਪਰ ਆਪਾਂ ਨੇ ਇੱਕ ਰਿੰਗ ਲਿੱਤੀ ਹੈ, ਰਿੰਗ ਦੀ ਥਿਕਨੈਸ ਕਿੰਨੀ ਹੈ dx ਤੇ x ਕੀ ਹੈ ਉਹਦਾ ਰੇਡੀਅਸ। ਟੌਪ ਵਿਊ ਤੋਂ ਦੇਖਦੇ ਹਾਂ ਆਪਾਂ, ਥਿਊਰੀ ਲਿਖ ਲਾਂਗੇ ਬਟ ਇੱਕ ਵਾਰ ਪਹਿਲਾਂ ਸਮਝ ਲਓ। ਤਾਂ ਰਿੰਗ ਬਣ ਗਈ, ਧਿਆਨ ਨਾਲ ਦੇਖੋ ਇੱਥੇ ਆਹ ਵਾਲੀ, ਤੇ ਇਹਦੀ ਥਿਕਨੈਸ ਕਿੰਨੀ ਹੈ dx, ਮਾਸ ਕਿੰਨਾ dm ਤੇ ਰੇਡੀਅਸ ਕਿੰਨਾ x। ਸਾਰਿਆਂ ਨੂੰ ਕਲੀਅਰ? ਆ ਟੌਪ ਵਿਊ ਹੈ। This is our top view of ring. डायग्राम क्लियर बच्चों? यस सर। यस सर। दानिश नु क्लियर है, गगन नु क्लियर है, बाकी भी कुछ हाँ ना कुछ दस दो पुत्र। ਇਹ ਡਿਸਕ ਹੈ ਜਿਵੇਂ CD ਹੁੰਦੀ। ਚਲੋ ਗੁੱਡ, ਹੁਣ ਥਿਊਰੀ ਜੀ ਲਿਖ ਲਓ, ਇਹਦੀ ਥਿਊਰੀ ਸੇਮ ਹੀ ਹੋਊਗੀ। ਸਰ ਨੂੰ ਕਿਸ ਨੂੰ ਕਲੀਅਰ ਨਹੀਂ, ਕਿੱਥੇ ਕਲੀਅਰ ਨਹੀਂ, ਮੈਂ ਫਿਰ ਤਾਂ ਹੀ ਦੱਸੂਗਾ ਪੁੱਤ। ਸਰ ਮੈਨੂੰ ਨਹੀਂ ਕਲੀਅਰ ਹੈਗੀ, ਥੋੜੀ ਸਮਝਾ ਦਿਓ ਦੁਬਾਰਾ। ਹਾਂਜੀ ਅਰੁਣ। ਸਰ ਜਿਹੜਾ ਆਰ ਉੱਪਰ ਐਰੋ ਪਾਈ ਹੋਈ ਹੈ ਸਰ, ਉਹ ਕੀ ਹੈ? ਕਿਹੜੇ ਵਾਲੀ ਬੱਚੇ ਐਰੋ ਕਿਹੜੀ ਉਹ ਕੀ ਪਾਈ ਹੈ? ਸ਼ੋ ਕਰ ਰਿਹਾ? ਕਿਹੜੀ ਐਰੋ? ਸਰ ਜਿਹੜਾ ਸਾਈਡ ਵਿਊ ਹੈ। ਸਾਈਡ ਵਿਊ ਹੈ, ਹਾਂਜੀ ਹਾਂਜੀ ਸਰ, ਆਹੀ ਜਿੱਥੇ ਤੁਹਾਡਾ ਹੁਣ ਗਿਆ ਮਾਰਕਰ ਹੈ ਨੀਚੇ ਰਿੰਗ ਦੇ ਨੀਚੇ ਆ ਰਿਹਾ Z ਐਕਸਿਸ, ਉਹ ਆਰ ਕੀ ਹੈ? ਆਰ ਹੈ ਟੋਟਲ ਰੇਡੀਅਸ। ਹਾਂਜੀ ਆਪਣੇ ਸਰ। ਇਹ ਟੋਟਲ ਰੇਡੀਅਸ ਹੈ। ਜਿਹੜਾ x ਹੈ ਉਹ ਆਪਾਂ ਨੇ ਕੀ ਕੀਤਾ, ਆਪਣੇ ਕੋਲ ਇੱਕ CD ਹੈ, ਠੀਕ ਹੈ। CD ਦੇ ਉੱਤੇ ਆਪਾਂ ਨੇ ਕੀ ਕੀਤਾ, ਆਪਾਂ ਨੇ ਸਮਾਲ ਐਲੀਮੈਂਟ ਲੈ ਲਿਆ, ਰਿੰਗ ਲੈ ਲਈ। ਸਿੰਪਲ, ਰਿੰਗ ਦਾ ਪਿਛਲਾ ਆਰਟੀਕਲ ਕਰਕੇ ਆਇਆ, ਰਿੰਗ ਸਮਝ ਗਏ ਨਾ ਸਾਰਿਆਂ ਨੂੰ ਰਿੰਗ ਦਾ ਪਤਾ ਹੈ, ਕੜਾ, ਠੀਕ ਹੈ। ਆਪਾਂ ਨੇ CD ਦੇ ਉੱਤੇ ਇੱਕ ਰਿੰਗ ਲੈ ਲਈ, ਰਿੰਗ ਦੀ ਥਿਕਨੈਸ ਕਿੰਨੀ ਹੈ dx, ਉਹਦਾ ਰੇਡੀਅਸ ਕਿੰਨਾ ਹੈ x, ਕਿੱਥੋਂ ਸੈਂਟਰ ਤੋਂ। ਹੁਣ ਇਹ ਹੋ ਗਿਆ ਆਪਣੇ ਕੋਲ ਸਾਈਡ ਵਿਊ।
ਤਾਂ ਉਸ ਨੂੰ ਆਪਾਂ ਨੇ ਰਿਪਰੈਜ਼ੈਂਟ ਕੀਤਾ ਵਿਦ ਦ ਹੈਲਪ ਆਫ ਟੌਪ ਵਿਊ ਕਿ ਆਪਣੇ ਕੋਲ ਟੌਪ ਵਿਊ ਚੋਂ ਐ ਕਰਕੇ ਦੇਖਾਂਗੇ ਤਾਂ ਰਿੰਗ ਐਵੇਂ ਦਿਖੂਗੀ ਜਿਹਦੀ ਥਿਕਨੈਸ ਤੁਹਾਨੂੰ dx ਦਿਖੂਗੀ ਆਹ ਵਾਲਾ ਜਿਹੜਾ ਡਿਸਟੈਂਸ ਹੋਊਗਾ ਇਹ ਕੀ ਹੋ ਜਾਊਗਾ x ਹੋ ਜਾਊਗਾ ਠੀਕ ਹੈ ਹੁਣ ਇਸ 'ਚ dx ਉਹਦਾ ਕੀ ਹੈ ਥਿਕਨੈਸ ਹੈ dm ਉਹਦਾ ਮਾਸ ਹੈ ਫਾਇਮ ਕਲੀਅਰ सर यस थ्योरी लिख लो यदि कंसीडर वैसे सिंपल है इससे पता नहीं क्यों कंफ्यूज होते हो कंसीडर अ सर्कुलर डिस्क ऑफ mass m and radius r we have to find moment of inertia about z axis ठीक है फिर देन अपन ने की लेना है consider a small circular strip कह सकते हैं ਆਪਾਂ रिंग कह सकते हैं small ring of radius ring ही word use कर रहा है मैं radius किन्ने x thickness किन्नी है ਉਹਦੀ dx and mass किन्ना है dm ਤਾਂ ਆਪਾਂ ਨੇ ਕੀ ਲਿੱਤੀ ਰਿੰਗ ਲਿੱਤੀ ਰਿੰਗ ਨੂੰ ਜੇ ਆਪਾਂ ਸਿੱਧਾ ਕਰ ਲਈਏ ਧਿਆਨ ਨਾਲ ਦੇਖੋ ਡਾਇਗਰਾਮ 'ਚ ਰਿੰਗ ਨੂੰ ਆਪਾਂ ਖੋਲ ਲਿਆ ਆ ਰਿੰਗ ਬਣ ਗਈ ਠੀਕ ਹੈ ਇਹ ਸਟ੍ਰਿਪ ਹੋਗੀ थिकनेस कितनी है dx लेंथ कितनी है मास ਤਾਂ dm ਹੈਗਾ ਹੀ ਹੈ ਲੈਂਥ ਕਿੰਨੀ ਹੈ ਇਹਦੀ ਡਾਇਗਰਾਮ 'ਚ ਧਿਆਨ ਨਾਲ ਦੇਖੋ ਆਪਣੇ ਕੋਲ ਕੀ ਹੈ ਰਿੰਗ ਹੈ ਰਿੰਗ ਦਾ ਰੇਡੀਅਸ x ਹੈ r ਨਹੀਂ ਹੈ x ਇਸ ਨੂੰ ਤੋੜ ਕੇ ਮੈਂ ਖਿੱਚ ਲੈਣਾ ਤਾਂ ਇਹਦੀ ਲੈਂਥ ਕਿੰਨੀ ਹੋ ਜੂ 2πx ਕਲੀਅਰ ਸਾਰਿਆਂ ਨੂੰ ਕਲੀਅਰ ਹੁਣ ਇੱਥੇ ਆਪਣੇ ਕੋਲ ਜਿਹੜੀ ਡਿਸਕ ਸੀ ਡਿਸਕ ਉਹ ਹੈ ਸਰਫੇਸ ਵਾਲੀ ਹੈ ਤਾਂ ਉਹਦਾ ਲੈਣਾ ਪਊ ਆਪਾਂ ਨੂੰ ਏਰੀਆ ਇਸ ਦਾ ਆਪਾਂ ਨੂੰ ਲੈਣਾ ਪਊ ਏਰੀਆ ਧਿਆਨ ਨਾਲ ਦੇਖੀ ਚਲੋ ਇਸ ਪਾਰਟਿਕੂਲਰ ਡਿਸਕ स्ट्रिप ਦਾ ਏਰੀਆ ਕਿੰਨਾ ਹੋਊਗਾ ਰੈਕਟੈਂਗੂਲਰ ਸਟ੍ਰਿਪ ਹੈ ਤਾਂ ਇਹਦਾ ਏਰੀਆ ਹੋ ਜੂ ਲੈਂਥ ਇਨਟੂ ਬ੍ਰੈਡਥ ਲੈਂਥ ਕਿੰਨੀ ਹੈ 2πx ਬ੍ਰੈਡਥ ਕਿੰਨੀ ਹੈ dx ਸਾਰਿਆਂ ਨੂੰ ਕਲੀਅਰ जो अपने को रेक्टेंगुलर स्ट्रिप है उसका एरिया कितना है 2πx इंटू dx 2πx की लेंथ है स्ट्रिप दी dx की ओदी dx की ओदी ब्रेडथ है 2πx ओदी लेंथ है फिर अपने को आ जाऊगा जे अपने को सारी डिस्क का एरिया कितना होगा एरिया ऑफ सर्कल कितना होता है पाई आर स्क्वायर पाई आर स्क्वायर देन मास कितना हो जाऊगा कैपिटल M जे एरिया हो जाऊगा 1 मास कितना हो जाऊगा m बाय पाई आर स्क्वायर जे एरिया हो जाऊगा एरिया कितना है आ वाला 2πx dx जे अपने को एरिया हो जाऊगा 2πx इंटू dx रेक्टेंगुलर स्ट्रिप ऊपरली थ्योरी सारे नोट कर ली यस सर ਇੱਥੇ ਦੇਖੋ ਧਿਆਨ ਨਾਲ ਮੈਂ ਡਾਇਗਰਾਮ ਦੁਬਾਰਾ ਐਕਸਪਲੇਨ ਕਰਦਾ ਧਿਆਨ ਨਾਲ ਦੇਖੋ ਜੋ ਆ ਵਾਲੀ ਤੁਹਾਨੂੰ ਰਿੰਗ ਦਿਖ ਰਹੀ ਹੈ ਪਿਛਲੇ ਆਰਟੀਕਲ 'ਚ ਕੀਤਾ ਸੀ ਰਿੰਗ ਨੂੰ ਆਪਾਂ ਓਪਨ ਕਰਤਾ ਰਿੰਗ ਨੂੰ ਓਪਨ ਕਰਤਾ ਜੋ ਉਹਦੀ ਥਿਕਨੈਸ ਹੋਊਗੀ ਉਹ ਉਹਦੀ ਬ੍ਰੈਡਥ ਬਣ ਜੂ ਐਂਡ ਇਹ ਸੋਲਿਡ ਹੈ ਆ वाली शीट टाइप है स्ट्रिप है तो इसकी लेंथ कितनी होगी थिकनेस की होगी ओदी ब्रेडथ बन जू लेंथ कितनी बन जू ओदी पैरीमीटर पैरीमीटर किन्ने दा 2πx क्योंकि अपने कोल जो अंदर वाली स्ट्रिप एज्यूम की है ओदा रेडियस कितना है x है क्लियर हुन पलक बच्चे क्लियर है तो उसकी लेंथ कितनी आ जो अपने कोल 2πx मास कितना है dm तो अपने कोल मास कितना हो जाऊगा dm की वैल्यू कितनी बनूगी m बाय पाई आर स्क्वायर इंटू 2π हाँ जी
2 ਪਾਈ x ਇੰਟੂ ਡੀ ਐਕਸ, ਤਾਂ ਪਾਈ ਨਾਲ ਪਾਈ ਕੈਂਸਲ ਹੋ ਜਾਊਗਾ, ਇਹ ਲੈਂਥੀ ਹੈ ਬਟ ਆਰਟੀਕਲ, ਇਸ 'ਚ ਬਣ ਜਾਊਗਾ m ਬਾਏ ਆਰ ਸਕੇਅਰ x dx, ਕਿਹਦੀ ਵੈਲਿਊ ਹੈ ਇਹ, dm ਦੀ। ਇਹਦਾ यूनिटरी मैथड है, इस तक कुछ एक्सप्लेन करने की रिक्वायरमेंट नहीं। पलक क्लियर है कि नहीं है बच्चे? सर ਤੁਸੀਂ 2 ਨਹੀਂ ਲਿਖਿਆ। 2 आना सी, यस 2 आना सीगा, माय मिस्टेक। रेक्टेंगुलर स्ट्रिप ਦਾ क्लियर है ਸਾਰਿਆਂ ਨੂੰ? ਤਾਂ ਆਪਣੇ ਕੋਲ ਯੈਸ ਸਰ। ਮਾਸ ਡੀਐਮ ਤਾਂ ਪਤਾ ਲੱਗ ਗਿਆ ਨਾ ਹੁਣ ਸਾਰਿਆਂ ਨੂੰ। ਡੀਐਮ ਤੋਂ ਬਾਅਦ ਕੀ ਹੋਊਗਾ, ਡੀਐਮ ਦਾ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਬਣੂਗਾ, ਦੈਟ ਇਜ਼ ਡੀ ਲਿਖ ਦਾਂਗੇ, ਠੀਕ ਹੈ। ਆਪਾਂ ਇੱਥੇ ਵਰਡਿੰਗ ਯੂਜ਼ ਕਰਾਂਗੇ moment of inertia of dm about z axis, ਤਾਂ di ਦੀ ਵੈਲਿਊ ਕਿੰਨੀ ਬਣ ਜੂਗੀ, dm into distance ਦਾ ਸਕੁਅਰ। डिस्टेंस कितना dm ਦਾ, स्ट्रिप ਦਾ डिस्टेंस, स्ट्रिप ਦਾ सर्कल ਦਾ रेडियस x है कि r है, x है, बिल्कुल सही है। तो dm ਦੀ ਵੈਲਿਊ ਆ ਲੰਬੀ ਚੌੜੀ ਜਿਹੜੀ ਨੀਚੇ ਲਿਖੀ ਹੋਈ ਹੈ ਕਿੰਨੀ ਹੈ, 2m by r square x into dx, ਇਹ ਤਾਂ ਹੋ ਗਿਆ ਕੱਲੀ dm ਦੀ ਵੈਲਿਊ into x ਦਾ ਸਕੁਅਰ, ਤਾਂ ਟੋਟਲ ਵੈਲਿਊ ਕਿੰਨੀ ਬਣ ਜੂ, 2m by r square x cube dx, ਕੀ ਵੈਲਿਊ ਹੈ ਇਹਦੀ, di ਦੀ। नीचे वाला नोट हो गया सारे का, एरिया वाला? यस सर। ਤਾਂ ਟੋਟਲ ਵਾਸਤੇ ਕੀ ਕਰ ਦਾਂਗੇ, ਇੰਟੀਗ੍ਰੇਟ। ਤੇ ਇੰਟੀਗ੍ਰੇਟ ਦੀ ਲਿਮਿਟ ਕਿੱਥੋਂ, x ਦੀ ਲਿਮਿਟ, x ਦੀ ਮਿਨੀਮਮ ਵੈਲਿਊ ਕਿੰਨੀ ਹੋ ਸਕਦੀ ਹੈ, ਡਾਇਗਰਾਮ 'ਚ ਦੇਖੋ dx ਦੀ ਮਿਨੀਮਮ ਵੈਲਿਊ ਕਿੰਨੀ ਹੋ ਸਕਦੀ ਹੈ, 0। ਬਿਲਕੁਲ ਸਹੀ ਹੈ। ਤਾਂ ਸਟ੍ਰਿਪ ਜਿਹੜੀ ਹੈ ਉਹ ਇੱਥੇ ਹੋ ਸਕਦੀ ਹੈ, मैक्सिमम स्ट्रिप कितने हो सकती है, आ वाली जो पिंक ना मार्क कर रहे हैं, हुण तुहानूं मार्कर भी दिखण लग गया। तो मैक्सिमम वास्ते x की वैल्यू कितनी होगी, x की वैल्यू स्ट्रिप के बाहर चली जाओ, कितनी हो जाएगी, डायग्राम ध्यान नाल देखो, मिनिमम कितनी x की वैल्यू 0, तो टोटल इज ऑब्टेन्ड बाय इंटीग्रेशन। तो आप इंटीग्रेट करांगे, तो आई जेड फिर वो नहीं पता लग गया x की है अपने कोल, अरुण x की है बच्चे, जो डायग्राम तो तुहानूं दिख रहा है, तुहानूं की ऑब्जर्व हो रहा है, x है की, सर वो स्मॉल रिंग दा जेड़ा रेडियस है, बिल्कुल सही है, स्मॉल रिंग दा रेडियस। जे अपने कोल स्ट्रिप सेंटर ते हो जूगी तो x की वैल्यू कितनी हो जू, रेडियस कितना हो जू, 0। बिल्कुल सही है। तो x की वैल्यू कितनी हो जू, 0। जे रिंग ਉਹ फैल के एंड ते चली जू, जो पिंक नाल मार्किंग की है इत्थे चली जू, तो x की वैल्यू वधदे 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 कितनी हो जू, r। हुण क्लीयर सारिਆਂ ਨੂੰ? तो x की है रेडियस है जिहदी मिनिमम वैल्यू 0 है, मैक्सिमम वैल्यू r है। हुण इंटीग्रेशन कौन दसूगा, जशन दसूगा, इंटीग्रेशन च की बनूगा, सर ऊपर वाले आ वाले सर ऊपर वाले च कह रहे हैं d2, हां जी सर, dm दा एक्सिस रेडियस कितना है बच्चे, इस डायग्राम दे विच dm स्ट्रिप दा, आ dm स्ट्रिप है, dm स्ट्रिप दा रेडियस कितना है, अरुण? सर r minus x, बच्चे रेडियस, रेडियस का मतलब कितना, सेंटर तो डिस्टेंस, आ स्ट्रिप दा, आ रिंग दा रेडियस कितना है, x सर, यस। तो x का स्केयर हो गया, तो di की वैल्यू की होगी dm इंटू एक्स स्केयर। dm की वैल्यू पहला नीचे सॉल्व की थी जो आ लिखी है, ठीक है। इत्थे x एक हो गया, एक्स स्केयर एक हो गया, इकट्ठा होकर की बन गया, एक्स क्यूब बन गया। हुण जदों एक्स क्यूब की इंटीग्रेट करांगे तो पावर एक वध जाती है, एक्स क्यूब का की बन जू 3+1 का मतलब 4, जिन्नी पावर ऊपर आऊगी उन्नी पावर नीचे आ जाएगी, ठीक है। तो लिमिट्स कितने हैं, 0 तो लैके r तक। आप 4 वाली टर्म भी बाहर कर लेने, ये बन जू 2m बाय r स्केयर
4 रख लांगे। x की वैल्यू जगह तो पहला की पुट करना है r की आजू r रेज़ टू पावर 4 माइनस 0 रेज़ टू पावर 4 0 दी रखो ना रखो इको गल है कोई फर्क नहीं है। तनवी का आंसर सही आ गया एम आर स्केयर बाय 2 यस बिल्कुल सही है। वो तो हुण तुहाडे ते है कि तुसी इंटीग्रेशन अपने आप करनी है कि मेरे तो एक्सप्लेन करवानी है। एक्सप्लेन करने च ऑटोमैटिकली टाइम लगता है। तो R4 का कैंसल होकर की बन जू 2 बन जू ये बन जू हाफ एम आर स्केयर। हुण ध्यान नाल देखो रिंग वास्ते अपने कोल मूवमेंट ऑफ इनर्शिया कितना सी एम आर स्केयर ते डिस्क वास्ते कितना बन गया 1/2 एम आर स्केयर। तो सारे आर्टिकल सारे चैप्टर दे विच यही चलना है एम आर स्केयर का मल्टीपल चली जूगा 1 2 3 नाल। इंटीग्रेशन क्लीयर उपरला नोट हो गया डी आई तक सारे का यस सर। नीचला जल्दी जल्दी नोट करो ਇਹਦਾ स्पैशल केस करिए फिर स्पैशल केस भी सिंपल ही है जे रिंग वाला तुहानू याद है जो कि दसिया सी एक्स वाई एक्सिस वाला वो जिहा ही अपने को डिस्क वास्ते आऊगा क्योंकि कोई डिफरेंस नहीं है। अपने को जेड एक्सिस हो गया अपने को एक्स एक्सिस हो गया अपने को वाई एक्सिस हो गया। हुण अगेन डिस्क भी तो अपने को जे सी डी की गल करते हैं की होंगी है सिमेट्रिक होंगी है तो आई एक्स इज इक्वल टू आई वाई हो जाता है प्रॉपर्टी है ठीक है सेम कोई फर्क नहीं जिवें पहला किया सी। परपेंडिकुलर एक्सिस थ्योरम की कहती है आई जेड इज इक्वल टू आई एक्स प्लस आई वाई। तो आई एक्स की जगह तो की पुट कर देंगे आ चीज़ बन जू तो कि को आजू 2 आई एक्स दे आई जेड कितना आ वाली वैल्यू इसनों उपर लिखांगे कितना आजू एम आर स्केयर बाय 2 तो आई एक्स कितना आजू एम आर स्केयर बाय 4 यही वैल्यू कि हो जू आई वाई दे सारिਆਂ क्लीयर। इस जगह ते आई एक्स ते आई वाई की है दो प्लेनर एक्सिस है जे मैं डायग्राम च मैंशन करा आई एक्स वुड बी लाइक दिस आ देखो ध्यान आई वी वुड बी लाइक दिस ठीक है। तो चाहे एक्स एक्सिस के अक्रॉस फाइंड करो चाहे वाई एक्सिस के अक्रॉस फाइंड करो वैल्यू वुड बी सेम कोई डिफरेंस नहीं होगा। क्लीयर सारिਆਂ यस सर। इस नाल तुहाडे 2 आर्टिकल कंप्लीट हो गए ठीक है। फिर अपने कोल आर्टिकल हले हैगे है ये चैप्टर बहुत लेंथी है इसनू सिंपल वाला ना समझो ठीक है लेंथी है जे रेगुलर होमवर्क करी चलोगे कोई प्रॉब्लम नहीं होगी। स्पैशल केस क्लीयर सारिਆਂ आ वाला नाल इंटीग्रेशन सर हाँ जी सर ये तो समझ आ गया सर परपेंडिकुलर ਦਾ ਪੁੱਛਣਾ ਸੀਗਾ। की पूछना है बच्चे ਸਰ ਉਸ ਤੇ ਆਪਾਂ ਨੇ ਲਿਆ ਸੀਗਾ ਮੋਮੈਂਟ ਆਫ ਇਨਰਸ਼ੀਆ mi ਦਾ ਅਬਾਊਟ x ਐਕਸਿਸ mi yi ਦਾ ਸਕੁਅਰ। ਸਰ ਉਹ yi ਕਿਵੇਂ ਆਇਆ ਉਹ ਨਹੀਂ ਪਤਾ ਲੱਗਿਆ ਸੀ। वाई आई ਦਾ ਸਕੁਅਰ ਇੱਥੇ ਕਿਹੜਾ वाई आई ਹਾਂਜੀ ਇੱਥੇ वाई आई ਦਾ ਸਕੁਅਰ ਕਿੱਥੇ ਕੀਤਾ ਹੈ ਬੱਚੇ ਨਹੀਂ ਸਰ ਇੱਥੇ ਨਹੀਂ ਪਰਪੈਂਡੀਕੁਲਰ ਐਕਸਿਸ ਚ ਪੁੱਛਿਆ ਆ ਇਹ ਤਾਂ ਸਮਝ ਆ ਥਿਓਰਮ ਗਿਆ ਚ ਸਾਰਾ। ਥਿਓਰਮ ਚ ਕਹਿ ਰਹੇ ਹੋ ਹਾਂਜੀ ਸਰ ਥਿਓਰਮ ਚ। चलो देख लो एक बार हूँ मैं पहले इसनू साफ कर दिए सारा ही साफ कर दें हूँ देखो दोबारा देखो पॉइंट पी है ये अपने को वाई एक्सिस है ये अपने को एक्स एक्सिस है पॉइंट पी का सेंटर तो डिस्टेंस है आर आई दो कंपोनेंट्स ले सकते हैं एक हो जू एक्स आई एक हो जूगा वाई आई तो इसका आह वैल्यू कितनी है वाई आई आह वैल्यू कितनी है एक्स आई सारे क्लीयर। पॉइंट पी का आई एक्स की होगा एम आई डिस्टेंस स्केयर एम आई डिस्टेंस स्केयर पॉइंट पी वाई एक्सिस तो कितने डिस्टेंस से है एक्स आई पॉइंट पी एक्स एक्सिस तो कितने डिस्टेंस से है वाई आई गगन यही क्वेश्चन सी बच्चे कुछ और सी बच्चे ਹਾਂ ਸਰ ਇਹ ਸੀਗਾ। हुन क्लियर है ਹਾਂਜੀ ਸਰ ਸਰ ਆਪਾਂ ਮੀਨਸ ਕਿ ਡਿਸਟੈਂਸ ਤੋਂ ਦੇਖਾਂਗੇ yi बिल्कुल सही है ਆਪਾਂ ने परपेंडिकुलर डिस्टेंस देखना है पॉइंट पी का डिस्टेंस जो y है फ्रॉम x तो x वास्ते की हो जू y हो जू y एक्सिस जो डिस्टेंस है x तो x आई स्क्वायर ठीक है क्लियर टू ऑल। परसों तुहाडा टेस्ट है वर्क एनर्जी पावर का चज नाल तैयारी कर लियो
ਐਂਡ ਆਈ ਹੋਪ ਚੈਪਟਰ ਸਾਰਿਆਂ ਨੂੰ ਕਲੀਅਰ ਹੋਊਗਾ ਤੇ ਮਾਰਕਸ ਸਾਰਿਆਂ ਦੇ ਸਹੀ ਆਣੇ ਚਾਹੀਦੇ ਉਸ ਚੋਂ ਐਟਲੀਸਟ